सत श्रीकाल फटाफट 100 देख रहे सारे दर्शकों का स्वागत। मैं ਹਾਂ ਮਨਪ੍ਰੀਤ ਕੌਰ। देश दुनिया च ਅੱਜ ਕੀ ਕੁਛ ਹੈ ਖਾਸ मनोरंजन खेड जगत ਤੇ ਕਰਾਂਗੇ ਵਪਾਰ ਦੀ ਗੱਲ। ਸੋ ਸਭ ਤੋਂ ਪਹਿਲਾਂ ਨਜ਼ਰ ਸੂਬਾਈ ਖਬਰਾਂ ਤੇ। खेती कानूनों ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਲਗਾਤਾਰ ਭਾਜਪਾ ਆਗੂਆਂ ਨੂੰ ਘੇਰਿਆ ਜਾ ਰਿਹਾ ਹੈ। ਕਈ ਥਾਵਾਂ ਤੇ ਇੱਕ ਰਾਉ ਹਿੰਸਕ ਵੀ ਹੋ ਰਹੇ ਨੇ। ਰਾਜਪੁਰਾ 'ਚ ਭਾਜਪਾ ਆਗੂਆਂ ਤੇ ਹੋਏ ਹਮਲੇ ਨੂੰ ਲੈ ਕੇ ਭਾਜਪਾ ਆਗੂਆਂ ਦੇ ਵੱਲੋਂ ਪ੍ਰਦਰਸ਼ਨ ਵੀ ਲਗਾਤਾਰ ਜਾਰੀ ਨੇ। ਦੀ ਗੱਲ ਕਰੀਏ ਤਾਂ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ ਜਦੋਂ ਭਾਜਪਾ ਆਗੂਆਂ ਦਾ ਦਲ ਮੰਗ ਪੱਤਰ ਦੇਣ ਐਸਐਸਪੀ ਦਫ਼ਤਰ ਪਹੁੰਚਿਆ, ਜਿਸ ਦੀ ਭਣਕ ਕਿਸਾਨਾਂ ਨੂੰ ਪੈ ਗਈ। ਕਿਸਾਨਾਂ ਨੇ ਮੌਕੇ ਤੇ ਪਹੁੰਚ ਕੇ ਐਸਐਸਪੀ ਦਫ਼ਤਰ ਨੂੰ ਘੇਰ ਲਿਆ ਤੇ ਦਫ਼ਤਰ ਦਾ ਗੇਟ ਵੀ ਬੰਦ ਕਰ ਦਿੱਤਾ। ਪਟਿਆਲਾ 'ਚ ਭਾਜਪਾ ਆਗੂਆਂ ਦਾ ਪ੍ਰਦਰਸ਼ਨ ਦੇਖਣ ਨੂੰ ਮਿਲਿਆ, ਜਿੱਥੇ ਭਾਜਪਾ ਆਗੂਆਂ ਵੱਲੋਂ ਪੰਜਾਬ ਸਰਕਾਰ ਦਾ ਪੁਤਲਾ ਵੀ ਫੂਕਿਆ ਗਿਆ। ਆਗੂਆਂ ਦੇ ਵੱਲੋਂ ਰਾਜਪੁਰਾ ਮਾਮਲੇ ਤੇ ਰੋਸ ਜਤਾਇਆ ਗਿਆ ਤੇ ਪੰਜਾਬ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ ਹੈ। ਪੰਜਾਬ ਦੇ ਥਰਮਲ ਪਲਾਂਟਾਂ ਖਿਲਾਫ ਪਟੀਸ਼ਨ ਪਾਉਣ ਨੂੰ ਲੈ ਕੇ ਵਿਰੋਧੀਆਂ ਵੱਲੋਂ ਲਗਾਤਾਰ ਕੇਜਰੀਵਾਲ ਨੂੰ ਘੇਰਿਆ ਜਾ ਰਿਹਾ ਹੈ। ਯੂਥ ਅਕਾਲੀ ਦਲ ਦੇ ਵੱਲੋਂ ਮੋਰਚਾ ਖੋਲ੍ਹਿਆ ਗਿਆ ਤੇ ਸੰਗਰੂਰ ਦੇ ਵਿੱਚ ਭਗਵੰਤ ਮਾਨ ਦੀ ਰਿਹਾਇਸ਼ ਦੇ ਬਾਹਰ ਪਰਮਬੰਸ ਸਿੰਘ ਬੰਟੀ ਰੋਮਾਣਾ ਦੀ ਅਗਵਾਈ ਦੇ ਵਿੱਚ ਯੂਥ ਅਕਾਲੀ ਵਰਕਰਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ। ਰੋਮਾਣਾ ਵੱਲੋਂ ਆਪ ਆਗੂ ਨੂੰ ਪਟੀਸ਼ਨ ਦੀ 700 ਪੰਨਿਆਂ ਦੀ ਕਾਪੀ ਵੀ ਸੌਂਪੀ ਗਈ ਹੈ। ਰੋਮਾਣਾ ਦਾ ਕਹਿਣਾ ਹੈ ਕਿ ਆਪ ਦੇ ਵੱਲੋਂ ਪੰਜਾਬੀਆਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਇਸ ਵਾਰ ਪੰਜਾਬੀ ਆਪਣੀਆਂ ਗੱਲਾਂ ਦੇ ਵਿੱਚ ਨਹੀਂ ਆਉਣਗੇ। ਤੇ ਫਗਵਾੜਾ ਵਿੱਚ ਮਹਿੰਗਾਈ ਖਿਲਾਫ ਕਾਂਗਰਸ ਦੇ ਵੱਲੋਂ ਸਾਈਕਲ ਰੈਲੀ ਕੱਢੀ ਗਈ ਹੈ। ਇਹ ਸਾਈਕਲ ਰੈਲੀ ਹਲਕਾ ਵਿਧਾਇਕ ਬਲਵਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਕੱਢੀ ਗਈ ਹੈ। ਇਸ ਰੈਲੀ ਦੇ ਵਿੱਚ ਵੱਡੀ ਗਿਣਤੀ 'ਚ ਕਾਂਗਰਸ ਵਰਕਰ ਸ਼ਾਮਲ ਹੋਏ ਅਤੇ ਇਸ ਦੌਰਾਨ ਵਰਕਰਾਂ ਵੱਲੋਂ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਆਪਣੀਆਂ ਮੰਗਾਂ ਨੂੰ ਲੈ ਕੇ ਸੂਬੇ ਭਰ ਦੇ ਆਂਗਨਵਾੜੀ ਵਰਕਰ ਵੀ ਹੁਣ ਪ੍ਰਦਰਸ਼ਨ ਦੀ ਰਾਹ ਤੇ ਨੇ। ਗੱਲ ਹਜ਼ੂਰ ਸਾਹਿਬ ਦੀ ਕਰੀਏ ਤਾਂ ਇੱਥੇ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੀ ਕੋਠੀ ਅੱਗੇ ਆਂਗਨਵਾੜੀ ਵਰਕਰਾਂ ਨੇ ਧਰਨਾ ਲਾਇਆ। ਇਸ ਦੌਰਾਨ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਹੈ ਤੇ ਵਿਧਾਇਕ ਸਿੱਕੀ ਨੂੰ ਵੀ ਮੰਗ ਪੱਤਰ ਸੌਂਪਿਆ ਗਿਆ। ਦੱਸਦੇ ਕਿ ਮਲੋਟ ਵਿਖੇ ਵੀ ਆਂਗਨਵਾੜੀ ਵਰਕਰਾਂ ਵੱਲੋਂ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਕੋਠੀ ਅੱਗੇ ਧਰਨਾ ਲਗਾਇਆ ਗਿਆ, ਜਿੱਥੇ ਮਹਿਲਾ ਵਰਕਰਾਂ ਨੇ ਆਪਣੇ ਖੂਨ ਨਾਲ ਮੰਗ ਪੱਤਰ ਲਿਖੇ। ਲਵਪ੍ਰੀਤ ਦੇ ਖੁਦਕੁਸ਼ੀ ਮਾਮਲੇ ਦੇ ਵਿੱਚ ਵਿਵਾਦਾਂ ਦੇ ਵਿੱਚ ਘਿਰੀ ਲਵਪ੍ਰੀਤ ਦੀ ਪਤਨੀ ਬੇਅੰਤ ਕੌਰ ਦੇ ਮਾਤਾ-ਪਿਤਾ ਵੀ ਹੁਣ ਮੀਡੀਆ ਦੇ ਸਾਹਮਣੇ ਆਏ ਨੇ, ਜਿਨ੍ਹਾਂ ਨੇ ਆਪਣੀ ਧੀ ਤੇ ਲੱਗੇ ਇਲਜ਼ਾਮਾਂ ਨੂੰ ਨਕਾਰਿਆ। ਉਹਨਾਂ ਖੁਲਾਸਾ ਕਰਦੇ ਦੱਸਿਆ ਕਿ ਪਹਿਲਾਂ ਉਹਨਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਮੁੰਡੇ ਦੀ ਮੌਤ ਅਟੈਕ ਹੋਣ ਦੇ ਨਾਲ ਹੋਈ ਹੈ, ਪਰ ਬਾਅਦ ਵਿੱਚ ਕਿਹਾ ਗਿਆ ਕਿ ਉਸਨੇ ਖੁਦਕੁਸ਼ੀ ਕੀਤੀ। ਉਧਰ ਦੂਜੇ ਪਾਸੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਦੇ ਵੱਲੋਂ ਵੀ ਇਸ ਮਾਮਲੇ ਦੇ ਵਿੱਚ ਨੋਟਿਸ ਲਿਆ ਗਿਆ ਤੇ ਉਹਨਾਂ ਦੇ ਵੱਲੋਂ ਲਵਪ੍ਰੀਤ ਦੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਗਈ ਹੈ। ਬਾਰਿਸ਼ ਤੋਂ ਬਾਅਦ ਕਿਸਾਨਾਂ ਨੂੰ ਕੁਝ ਰਾਹਤ ਮਿਲੀ ਹੈ। ਇਸ ਬਾਰਿਸ਼ ਕਾਰਨ ਝੋਨੇ ਦੀ ਫਸਲ ਨੂੰ ਪਾਣੀ ਮਿਲਿਆ ਹੈ। ਬਰਸਾਤ ਦੇ ਕਾਰਨ ਸੁੱਕ ਰਹੀਆਂ ਫਸਲਾਂ ਦੁਬਾਰਾ ਹਰੀਆਂ ਹੋਈਆਂ ਨੇ ਤੇ ਇਸ ਨਾਲ ਕਿਸਾਨਾਂ ਦੇ ਵੱਲੋਂ ਵੀ ਰੱਬ ਦਾ ਸ਼ੁਕਰਾਨਾ ਕੀਤਾ ਗਿਆ। ਵਿਖੇ ਐਨਪੀਏ ਬਹਾਲ ਕਰਨ ਨੂੰ ਲੈ ਕੇ ਡਾਕਟਰਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਦੌਰਾਨ ਮੋਗਾ ਦੇ ਵਿੱਚ ਦੂਸਰੇ ਦਿਨ ਵੀ ਓਪੀਡੀ ਸੇਵਾਵਾਂ ਬੰਦ ਰਹੀਆਂ ਤੇ ਡਾਕਟਰਾਂ ਦੇ ਵੱਲੋਂ ਮੰਗਾਂ ਨਾ ਮੰਨੇ ਜਾਣ ਤੇ ਸੰਘਰਸ਼ ਤਿੱਖਾ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ। ਮਾਛੀਵਾੜੇ ਦੇ ਇੰਦਰਾ ਕਲੋਨੀ ਦੇ ਰਹਿਣ ਵਾਲੇ ਕਬੱਡੀ ਖਿਡਾਰੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ। ਦੱਸਿਆ ਜਾ ਰਿਹਾ ਹੈ ਕਿ ਪੁਰਾਣੀ ਰੰਜਿਸ਼ ਦੇ ਚੱਲਦਿਆਂ ਦਰਜਨ ਦੇ ਕਰੀਬ ਨੌਜਵਾਨਾਂ ਦੇ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਪਰਿਵਾਰ ਦਾ ਕਹਿਣਾ ਹੈ ਕਿ ਵਿਆਹ ਸਮਾਗਮ ਦੌਰਾਨ ਕੁਝ ਨੌਜਵਾਨਾਂ ਦੇ ਨਾਲ ਖਿਡਾਰੀ ਅਮਨਦੀਪ ਸਿੰਘ ਦੀ ਝੜਪ ਹੋਈ ਸੀ, ਜਿਸ ਦੀ ਰੰਜਿਸ਼ 'ਚ ਕਿਰਚਾ ਮਾਰ ਕੇ ਨੌਜਵਾਨ ਦਾ ਕਤਲ ਕੀਤਾ ਗਿਆ। ਪਰਿਵਾਰ ਦਾ ਕਹਿਣਾ ਹੈ ਕਿ ਜਦ ਤੱਕ ਕਾਤਲਾਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਤਦ ਤੱਕ ਉਹਨਾਂ ਦੇ ਵੱਲੋਂ ਸੰਘਰਸ਼ ਜਾਰੀ ਰਹੇਗਾ ਤੇ ਖਿਡਾਰੀ ਦਾ ਸੰਸਕਾਰ ਵੀ ਨਹੀਂ ਕੀਤਾ ਜਾਵੇਗਾ। ਦਸੂਹਾ ਦੇ ਹਾਜੀਪੁਰ ਚੌਂਕ ਨੇੜੇ ਦਰਦਨਾਕ ਹਾਦਸਾ ਵਾਪਰਿਆ। 3 ਵਾਹਨਾਂ ਦੀ ਆਪਸ 'ਚ ਟੱਕਰ ਹੋਣ ਤੇ 3 ਨੌਜਵਾਨਾਂ ਦੀ ਮੌਕੇ ਤੇ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਲੱਕੜ ਦੇ ਨਾਲ ਭਰੇ ਵਾਹਨ ਨੇ 2 ਟਿੱਪਰਾਂ ਨੂੰ ਭਿਆਨਕ ਟੱਕਰ ਮਾਰੀ, ਜਿਸ ਦੌਰਾਨ ਵਾਹਨ ਸਵਾਰ ਤੇ ਨੌਜਵਾਨਾਂ ਦੀ ਮੌਕੇ ਤੇ ਮੌਤ ਹੋ ਗਈ ਹੈ। ਰਾਜਪੁਰ ਦੇ ਗੀਤਾ ਭਵਨ ਰੋਡ ਤੇ ਅਵਾਰਾ ਕੁੱਤਿਆਂ ਦੇ ਵੱਲੋਂ ਘਰ ਤੋਂ ਨਿਕਲੇ ਇੱਕ ਪ੍ਰਵਾਸੀ ਮਜ਼ਦੂਰ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਸੀ। ਇਸ ਦੌਰਾਨ ਅਵਾਰਾ ਕੁੱਤਿਆਂ ਨੇ ਨੋਚ ਕੇ ਮਜ਼ਦੂਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਜਿਸ ਤੋਂ ਬਾਅਦ ਹੁਣ ਪ੍ਰਸ਼ਾਸਨ ਦੀ ਨੀਂਦ ਖੁੱਲੀ ਹੈ। ਪ੍ਰਸ਼ਾਸਨ ਦੇ ਵੱਲੋਂ ਅਵਾਰਾ ਕੁੱਤਿਆਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਅਭਿਆਨ ਚਲਾਇਆ ਗਿਆ। ਸ਼ਹਿਰ ਵਿੱਚ ਘੁੰਮ ਰਹੇ ਅਵਾਰਾ ਕੁੱਤਿਆਂ ਨੂੰ ਕਾਬੂ ਕੀਤਾ ਜਾ ਰਿਹਾ ਹੈ।
ਨਗਰ ਕੌਂਸਲ ਦੇ ਅਧਿਕਾਰੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਅਭਿਆਨ ਪਹਿਲਾਂ ਵੀ ਸ਼ੁਰੂ ਕੀਤਾ ਗਿਆ ਸੀ, ਪਰ ਟੈਂਡਰ ਖਤਮ ਹੋਣ ਦੇ ਕਾਰਨ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ, ਪਰ ਹੁਣ ਇਹ ਅਭਿਆਨ ਲਗਾਤਾਰ ਜਾਰੀ ਰਹੇਗਾ। ਸੰਗਤ ਮੰਡੀ 'ਚ ਪਾਣੀ ਨਾ ਮਿਲਣ ਤੋਂ ਲਾਈਨੋਂ ਪਾਰ ਬਸਤੀ ਦੇ ਲੋਕ ਡਾਢੇ ਪਰੇਸ਼ਾਨ ਨੇ। ਇੱਥੇ ਲੋਕਾਂ ਦੇ ਵੱਲੋਂ ਪ੍ਰਸ਼ਾਸਨ ਤੇ ਗਰੀਬਾਂ ਦੀ ਗੱਲ ਅਣਸੁਣੀ ਕਰਨ ਦੇ ਵੀ ਇਲਜ਼ਾਮ ਲਗਾਏ ਗਏ ਨੇ। ਲੋਕ ਇੱਥੇ ਦੂਸ਼ਿਤ ਪਾਣੀ ਪੀਣ ਦੇ ਲਈ ਮਜਬੂਰ ਨੇ ਤੇ ਲੋਕਾਂ ਨੇ ਜਲਦ ਪੀਣਯੋਗ ਪਾਣੀ ਉਪਲਬਧ ਕਰਾਉਣ ਦੀ ਮੰਗ ਕੀਤੀ ਹੈ। ਜਿੱਥੇ ਹਿਮਾਚਲ ਦੇ ਵਿੱਚ ਬੱਦਲ ਫਟਣ ਦੇ ਕਾਰਨ ਤਬਾਹੀ ਮਚੀ ਹੋਈ ਹੈ, ਉੱਥੇ ਇਸ ਦਾ ਅਸਰ ਪਹਾੜੀ ਇਲਾਕਿਆਂ ਦੇ ਨਾਲ ਪਠਾਨਕੋਟ ਦੇ ਵਿੱਚ ਵੀ ਵੇਖਣ ਨੂੰ ਮਿਲਿਆ। ਪਠਾਨਕੋਟ 'ਚ ਵੀ ਬਰਸਾਤ ਕਾਰਨ ਚੱਕੀ ਹਰਿਆਲ ਨਰਾਇਜਪੁਰ ਸੜਕ ਤੇ ਪੈਂਦੀ ਡੁਗਲੀ ਖੱਡ 'ਚ ਹੜ੍ਹ ਵਰਗੀ ਸਥਿਤੀ ਬਣ ਗਈ ਹੈ। ਪਿੱਛੋਂ ਆ ਰਹੇ ਬਰਸਾਤੀ ਪਾਣੀ ਕਾਰਨ ਖੱਡ ਨੇ ਵੀ ਭਿਆਨਕ ਰੂਪ ਅਖਤਿਆਰ ਕਰ ਲਿਆ ਹੈ। ਪਾਣੀ ਦੇ ਤੇਜ਼ ਵਹਾਅ ਦੇ ਕਾਰਨ ਲੱਖਾਂ ਦੀ ਲਾਗਤ ਦੇ ਨਾਲ ਬਣਿਆ ਪੁਲ ਟਾਪੂ ਦੇ ਵਿੱਚ ਬਦਲ ਗਿਆ। ਪੁਲ ਦੇ ਬਾਵਜੂਦ ਦਰਜਨਾਂ ਪਿੰਡਾਂ ਦਾ ਸੰਪਰਕ ਟੁੱਟ ਚੁੱਕਿਆ ਹੈ, ਜਿਸ ਨੂੰ ਲੈ ਕੇ ਲੋਕਾਂ ਵੱਲੋਂ ਪ੍ਰਸ਼ਾਸਨ ਦੀ ਨਲਾਇਕੀ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਲੋਕਾਂ ਦਾ ਕਹਿਣਾ ਹੈ ਕਿ 2018 ਦੇ ਵਿੱਚ ਹੋਏ ਭਾਰੀ ਨੁਕਸਾਨ ਤੋਂ ਬਾਅਦ ਪ੍ਰਸ਼ਾਸਨ ਦੇ ਵੱਲੋਂ 2 ਪੁਲ ਬਣਾਉਣ ਦਾ ਵਾਅਦਾ ਕੀਤਾ ਗਿਆ ਸੀ, ਪਰ ਪੰਜਾਬ ਮੰਡੀ ਬੋਰਡ ਦੇ ਵੱਲੋਂ ਇੱਕ ਪੁਲ ਨੂੰ ਹੀ ਮਨਜ਼ੂਰੀ ਦਿੱਤੀ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਜੋ ਪੁਲ ਬਣਾਇਆ ਗਿਆ ਉਹ ਵੀ ਬਹੁਤ ਛੋਟਾ ਹੈ, ਜਿਸ ਦਾ ਪਹਿਲੀ ਬਾਰਿਸ਼ 'ਚ ਹੀ ਕੋਈ ਫਾਇਦਾ ਨਹੀਂ ਹੋਇਆ। ਦਲਜੀਤ ਸਿੰਘ ਗਰੇਵਾਲ ਨੇ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ। ਉਹਨਾਂ ਦੇ ਵੱਲੋਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੇ ਪਾਰਟੀ ਵੱਲੋਂ ਦਿੱਤੇ ਗਏ ਅਹੁਦਿਆਂ ਤੋਂ ਅਸਤੀਫਾ ਦਿੱਤਾ ਗਿਆ। ਦਲਜੀਤ ਸਿੰਘ ਗਰੇਵਾਲ ਨੇ ਅਸਤੀਫਾ ਦੇਣ ਦਾ ਕਾਰਨ ਕਾਂਗਰਸ ਦੀਆਂ ਗਲਤ ਨੀਤੀਆਂ ਨੂੰ ਦੱਸਿਆ ਹੈ। ਉਹਨਾਂ ਦੇ ਵੱਲੋਂ ਇਸ ਦੀ ਜਾਣਕਾਰੀ ਫੇਸਬੁੱਕ ਤੇ ਪੋਸਟ ਪਾ ਕੇ ਦਿੱਤੀ ਗਈ ਹੈ ਤੇ ਦੱਸਦੀ ਕਿ ਦਲਜੀਤ ਭੋਲਾ ਲੁਧਿਆਣਾ ਦੇ ਵਾਰਡ ਨੰਬਰ 8 ਤੋਂ ਕੌਂਸਲਰ ਸਨ। ਨੀਟ ਯੂਜੀ 2021 ਦੀ ਪ੍ਰੀਖਿਆ 12 ਸਤੰਬਰ ਨੂੰ ਹੋਵੇਗੀ। ਪ੍ਰੀਖਿਆ ਕੋਵਿਡ ਪ੍ਰੋਟੋਕੋਲ ਦੇ ਤਹਿਤ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਲਈ ਜਾਏਗੀ। ਇਸ ਲਈ ਬਿਨੇਕਰਨ ਦੀ ਪ੍ਰਕਿਰਿਆ ਸ਼ਾਮ 5 ਵਜੇ ਐਨਟੀਏ ਦੀ ਵੈਬਸਾਈਟ ਤੋਂ ਸ਼ੁਰੂ ਹੋਵੇਗੀ ਤੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਟਵਿੱਟਰ ਦੇ ਰਾਹੀਂ ਇਸ ਦੀ ਜਾਣਕਾਰੀ ਦਿੱਤੀ। ਮੈਡੀਕਲ ਦਾਖਲਾ ਪ੍ਰੀਖਿਆ ਨੀਟ ਯੂਜੀ ਦੀ ਤਾਰੀਖ ਨੂੰ ਲੈ ਕੇ ਕਾਫੀ ਸਮੇਂ ਤੋਂ ਇੰਤਜ਼ਾਰ ਸੀ। ਵੱਡੀ ਗਿਣਤੀ ਵਿੱਚ ਉਮੀਦਵਾਰ ਨੀਟ ਯੂਜੀ ਪ੍ਰੀਖਿਆ ਦੀਆਂ ਤਾਰੀਖਾਂ ਦਾ ਇੰਤਜ਼ਾਰ ਕਰ ਰਹੇ ਸਨ। ਪਹਿਲਾਂ ਨੀਟ ਯੂਜੀ 2021 ਦੀ ਪ੍ਰੀਖਿਆ 1 ਅਗਸਤ ਨੂੰ ਪੈਨ ਤੇ ਪੇਪਰ ਮੋਡ ਦੇ ਵਿੱਚ ਲੈਣ ਦੇ ਲਈ ਨੋਟਿਸ ਜਾਰੀ ਕੀਤਾ ਗਿਆ ਸੀ, ਪਰ ਹੁਣ ਇਹ ਪ੍ਰੀਖਿਆ 12 ਸਤੰਬਰ ਨੂੰ ਕਰਵਾਉਣ ਦਾ ਫੈਸਲਾ ਲਿਆ ਗਿਆ। ਤੇ ਹੁਣ ਇੱਕ ਨਜ਼ਰ ਰਾਸ਼ਟਰੀ ਖਬਰਾਂ ਤੇ। सरकार ने मंत्रिमंडल दिया शक्तिशाली कमेटियां का मुड़ गठन किया है, जिसके अधीन केंद्रीय मंत्रियां स्मृति ईरानी, भूपेंद्र यादव और सर्बानंद सोनोवाल को महत्वपूर्ण मंत्रिमंडल कमेटी का मैंबर बनाया गया। रक्षा मंत्री राजनाथ सिंह की प्रधानगी वाली संसदीय मामलों की मंत्रिमंडल कमेटी के विच केंद्रीय मंत्रियों वीरेंद्र कुमार, किरण रिजिजू और अनुराग ठाकुर को शामिल किया गया। हालांकि सुरक्षा मामले के फैसले लैण के लिए देश की सर्वोच्च संस्था सुरक्षा संबंधी मंत्रिमंडल कमेटी और नियुक्ति संबंधी इसके बुनियादी ढांचे में कोई तब्दीली नहीं की गई। भारतीय रेलवे अपनी स्टेशनों को साफ सुथरा रखने के लिए कई योजनावां तैयार कर रहे। इस सिलसिले के विच नार्दਰਨ रेलवे की दिल्ली डिवीजन ने नवे बेस्ट मैनेजमेंट प्रोजेक्ट से काम शुरू कर दिता है। ये प्रोजेक्ट एक एजेंसी के नाल मिलकर शुरू किया गया, जिस विच दिल्ली डिवीजन तहत आने वाले दिल्ली एनसीआर के 30 रेलवे स्टेशनों तो कूड़ा करकट इकट्ठा किया जाएगा। इसके बदले दे विच दिल्ली डिवीजन को हर साल 10 लाख रुपए मिलणगे ते कोरोना महामारी के कारण यह प्रोजेक्ट अहम है। डेरा सच्चा सौदा के मुखी गुरमीत राम रहीम की एक बार फिर सेहत बिगड़ गई है, तो उसको रोहतक की सुनारिया जेल चो दिल्ली एम्स दाखिल करवाया गया है। दस दी कि बीती 6 जून को भी गुरमीत राम रहीम को गुड़गांव के एक हस्पताल के दाखिल करवाया गया ਸੀ। उस समय राम रहीम को कुछ जांचों तो बाद एक निजी हस्पताल के भी ले जाया गया ਸੀ। तो पहला डेरा मुखी ने रोहतक के पोस्ट ग्रेजुएट इंस्टीट्यूट ऑफ मैडिकल साइंस दाखिल किया गया ਸੀ। ਜ਼ਿਕਰਯੋਗ ਹੈ कि पिछले महीने डेरा मुखी को अपनी बीमार मां को मिलने के लिए 1 दिन की पैरोल भी दी गई सी। ते हुण नजर पा लैने अंतरराष्ट्रीय खबरां ते। दक्षिणी इराक विच स्थित अल हुसैन टीचिंग हस्पताल के कोरोना वायरस वार्ड में अग लगन के नाल घੱਟ ਤੋਂ ਘੱਟ 50 लोगों की मौत हो गई तो कई लोग जख्मी हो गए।
ਵਿਭਾਗ ਦੇ ਮੈਡੀਕਲ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਤੇ ਉਹਨਾਂ ਦੱਸਿਆ ਹੈ ਕਿ ਨਾਸੀਰੀਆ ਸ਼ਹਿਰ ਦੇ ਇਸ ਹਸਪਤਾਲ ਦੇ ਵਿੱਚ ਅੱਗ ਲੱਗਣ ਦੇ ਨਾਲ 50 ਲੋਕਾਂ ਦੀ ਮੌਤ ਹੋਈ ਹੈ। ਅੱਗ ਲੱਗਣ ਦਾ ਕਾਰਨ ਇਲੈਕਟ੍ਰੋਨਿਕ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਤੇ ਇੱਕ ਹੋਰ ਅਧਿਕਾਰੀ ਨੇ ਇਸ ਦਾ ਕਾਰਨ ਆਕਸੀਜਨ ਸਿਲੰਡਰ ਫਟਣਾ ਦੱਸਿਆ, ਪਰ ਸਿਹਤ ਮੰਤਰਾਲਾ ਨੇ ਅੱਗ ਲੱਗਣ ਦੇ ਕਾਰਨਾਂ ਬਾਰੇ ਅਜੇ ਕੁਝ ਵੀ ਨਹੀਂ ਕਿਹਾ ਹੈ। ਇਟਲੀ ਦੇ ਸਭ ਤੋਂ ਪੁਰਾਣੇ ਤੇ ਵੱਡੇ ਗੁਰਦੁਆਰਾ ਗੋਬਿੰਦਸਰ ਸਾਹਿਬ ਵਿਖੇ ਨਵੀਂ ਬਣ ਰਹੀ ਲੰਗਰ ਹਾਲ ਦੀ ਇਮਾਰਤ ਦਾ ਨੀਂਹ ਪੱਥਰ ਰੱਖਿਆ ਗਿਆ, ਜਿਸ ਨੂੰ ਇਲਾਕੇ ਦੀਆਂ ਸਮੁੱਚੀਆਂ ਸੰਗਤਾਂ ਵੱਲੋਂ ਰਖਵਾਇਆ ਗਿਆ। ਦੱਸਦੇ ਕਿ 3 ਕਰੋੜ ਦੇ ਕਰੀਬ ਭਾਰਤੀ ਰੁਪਏ ਦੇ ਨਾਲ ਬਣ ਰਹੀ ਇਸ ਬਿਲਡਿੰਗ ਦੀਆਂ ਸੇਵਾਵਾਂ ਨੂੰ ਲੈ ਕੇ ਇਲਾਕੇ ਦੀਆਂ ਸਿੱਖ ਸੰਗਤਾਂ ਵਿੱਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਇਸ ਮੌਕੇ ਉੱਥੇ ਸੰਗਤਾਂ ਤੋਂ ਇਲਾਵਾ ਕਈ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਵੀ ਮੌਜੂਦ ਸਨ, ਜਿੱਥੇ ਆਗੂਆਂ ਨੇ ਦੱਸਿਆ ਕਿ ਇਸ ਪ੍ਰੋਜੈਕਟ ਨੂੰ ਮੁਕੰਮਲ ਕਰਨ ਦਾ ਕੰਮ 1.5 ਸਾਲ ਦੇ ਵਿੱਚ ਹੋ ਜਾਵੇਗਾ। ਪਾਕਿਸਤਾਨ ਦੇ ਵਿੱਚ ਇੱਕ ਮਾਡਲ ਦਾ ਘਰ 'ਚ ਦਾਖਲ ਹੋ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਤੇ ਪੁਲਿਸ ਨੂੰ ਸ਼ੱਕ ਹੈ ਕਿ 29 ਸਾਲਾ ਮਾਡਲ ਨਾਇਬ ਨਦੀਮ ਦਾ ਗਲਾ ਦਬਾ ਕੇ ਕਤਲ ਕੀਤਾ ਗਿਆ। ਮਾਡਲ ਨਾਇਬ ਦੇ ਭਰਾ ਨੇ ਇਸ ਸੰਬੰਧੀ ਪੁਲਿਸ ਨੂੰ ਰਿਪੋਰਟ ਦਰਜ ਕਰਵਾਈ ਹੈ, ਜਿਸ ਦੇ ਆਧਾਰ ਤੇ ਜਾਂਚ ਕੀਤੀ ਜਾ ਰਹੀ ਹੈ। ਨਾਇਬ ਦਾ ਵਿਆਹ ਨਹੀਂ ਹੋਇਆ ਸੀ ਤੇ ਉਹ ਆਪਣੇ ਘਰ ਵਿੱਚ ਇਕੱਲੀ ਰਹਿੰਦੀ ਸੀ। ਨਾਇਬ ਦਾ ਭਰਾ ਮੁਹੰਮਦ ਅਲੀ 9 ਜੁਲਾਈ ਨੂੰ ਆਪਣੀ ਭੈਣ ਦੇ ਘਰ ਗਿਆ ਸੀ, ਜਿੱਥੇ ਉਸਨੇ ਨਾਇਬ ਨੂੰ ਜ਼ਮੀਨ ਤੇ ਮ੍ਰਿਤਕ ਪਏ ਦੇਖਿਆ। ਉਸਦੀ ਗਰਦਨ ਤੇ ਸੱਟ ਦੇ ਨਿਸ਼ਾਨ ਸਨ ਤੇ ਅਲੀ ਨੇ ਦੱਸਿਆ ਕਿ ਨਾਇਬ ਦੇ ਬਾਥਰੂਮ ਦੀ ਖਿੜਕੀ ਵੀ ਟੁੱਟੀ ਹੋਈ ਸੀ। ਉਸਨੂੰ ਸ਼ੱਕ ਹੈ ਕਿ ਕਾਤਲ ਬਾਥਰੂਮ ਦੇ ਰਸਤੇ ਹੀ ਘਰ ਦੇ ਵਿੱਚ ਦਾਖਲ ਹੋਏ ਸਨ। ਵਪਾਰ ਜਗਤ 'ਚ ਕਿਹੜੇ ਉਤਾਰ ਚੜ੍ਹਾਅ, ਕਿਸ ਨੂੰ ਹੋਇਆ ਫਾਇਦਾ, ਕਿਸ ਨੂੰ ਹੋਇਆ ਨੁਕਸਾਨ, ਜਾਣਾਂਗੇ ਬਿਜ਼ਨਸ ਨਿਊਜ਼ ਦੇ ਵਿੱਚ। ਮੌਨਸੂਨ ਦੇ ਦੇਸ਼ 'ਚ ਛੇਤੀ ਦਾਖਲ ਹੋਣ ਤੋਂ ਬਾਅਦ ਇਸ ਦੀ ਵਿਗੜੀ ਚਾਲ ਦਾ ਅਸਰ ਖੇਤੀ ਉੱਪਰ ਦੇਖਣ ਨੂੰ ਮਿਲ ਰਿਹਾ ਹੈ। ਦੇਸ਼ 'ਚ ਸੌਣੇ ਦੀ ਬਿਜਾਈ ਹਾਲੇ ਵੀ 10% ਪਛੜੀ ਹੋਈ ਹੈ। ਆਮ ਤੌਰ ਤੇ ਸਾਉਣੀ ਦੇ ਸੀਜ਼ਨ ਦੇ ਵਿੱਚ 1073 ਲੱਖ ਹੈਕਟੇਅਰ ਦੀ ਬਿਜਾਈ ਹੁੰਦੀ ਹੈ, ਪਰ ਇਸ ਲਿਹਾਜ਼ ਦੇ ਨਾਲ ਹਾਲੇ ਬਿਜਾਈ ਦਾ ਕੰਮ 50% ਹੀ ਪੂਰਾ ਹੋਇਆ। ਉੱਥੇ ਇਸ 50% ਦੀ ਬਿਜਾਈ ਦੇ ਵਿੱਚ ਵੀ 10% ਤੱਕ ਦੀ ਕਮੀ ਹੋਣ ਨਾਲ ਇਸ ਦਾ ਅਸਰ ਉਪਦਾਨ ਤੇ ਪੈ ਸਕਦਾ ਹੈ, ਜਿਸ ਨਾਲ ਮਹਿੰਗਾਈ ਵੱਧ ਸਕਦੀ ਹੈ। ਜੇਕਰ ਬਿਜਾਈ ਦੇ ਅੰਕੜਿਆਂ ਦੀ ਤੁਲਨਾ 2 ਹਫ਼ਤਿਆਂ ਪਹਿਲਾਂ ਦੇ ਅੰਕੜਿਆਂ ਦੇ ਨਾਲ ਕੀਤੀ ਜਾਵੇ ਤਾਂ ਇਸ ਦੇ ਵਿੱਚ ਕਾਫੀ ਸੁਧਾਰ ਵੀ ਆਇਆ। ਘਰੇਲੂ ਸ਼ੇਅਰ ਬਾਜ਼ਾਰ ਵਿੱਚ ਮਜ਼ਬੂਤ ਰੁਝਾਨ ਦਰਮਿਆਨ ਰੁਪਇਆ ਸ਼ੁਰੂਆਤੀ ਕਾਰੋਬਾਰ ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ 14 ਪੈਸੇ ਦੀ ਤੇਜ਼ੀ ਨਾਲ 74.44 ਦੇ ਪੱਧਰ ਤੇ ਪਹੁੰਚ ਗਿਆ ਹੈ। ਅੰਤਰ ਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਦੇ ਵਿੱਚ ਰੁਪਇਆ ਡਾਲਰ ਦੇ ਮੁਕਾਬਲੇ 74.49 ਦੇ ਪੱਧਰ ਤੇ ਖੁੱਲਿਆ। ਫੋਰੈਕਸ ਵਪਾਰੀਆਂ ਨੇ ਕਿਹਾ ਹੈ ਕਿ ਵਿਦੇਸ਼ੀ ਫੰਡਾਂ ਦਾ ਨਿਕਾਸ ਅਤੇ ਕੱਚੇ ਤੇਲ ਦੀਆਂ ਕੀਮਤਾਂ ਮਜ਼ਬੂਤ ਕਰਨ ਦੇ ਨਾਲ ਨਿਵੇਸ਼ਕਾਂ ਦੀ ਭਾਵਨਾ ਤੇ ਅਸਰ ਪੈ ਸਕਦਾ ਹੈ। ਹੁਣ ਤੁਸੀਂ ਵੀ ਪੁਰਾਣੇ ਨੋਟਾਂ ਦੀ ਸਹਾਇਤਾ ਦੇ ਨਾਲ ਆਸਾਨੀ ਦੇ ਨਾਲ ਕਰੋੜਪਤੀ ਬਣ ਸਕਦੇ ਹੋ। 26 ਸਾਲ ਪਹਿਲਾਂ ਭਾਰਤ ਸਰਕਾਰ ਨੇ 1 ਰੁਪਏ ਦੇ ਨੋਟ ਦੀ ਛਪਾਈ ਬੰਦ ਕਰ ਦਿੱਤੀ ਸੀ, ਪਰ ਹੁਣ ਇਹਨਾਂ ਪੁਰਾਣੇ ਨੋਟਾਂ ਦੇ ਲਈ ਆਨਲਾਈਨ ਵੈਬਸਾਈਟ ਤੇ ਬੋਲੀ ਵੀ ਲਗਾਈ ਜਾ ਸਕਦੀ ਹੈ। ਅਜਿਹੇ 1 ਰੁਪਏ ਦੇ ਨੋਟ ਤੇ 7 ਲੱਖ ਰੁਪਏ ਦੀ ਬੋਲੀ ਲੱਗ ਚੁੱਕੀ ਹੈ। ਇਸ ਨੋਟ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਆਜ਼ਾਦੀ ਤੋਂ ਪਹਿਲਾਂ ਦਾ ਨੋਟ ਹੈ, ਜਿਸ ਤੇ ਤਤਕਾਲੀ ਗਵਰਨਰ JW ਕੈਲੀ ਦੀ ਦਸਤਕ ਕੀਤੀ। ਇਹ 80 ਸਾਲ ਪੁਰਾਣਾ ਨੋਟ ਬ੍ਰਿਟਿਸ਼ ਇੰਡੀਅਨ ਸਰਕਾਰ ਨੇ 1935 ਦੇ ਵਿੱਚ ਜਾਰੀ ਕੀਤਾ ਸੀ। ਜੇ ਤੁਹਾਡੇ ਕੋਲ ਵੀ ਅਜਿਹਾ ਨੋਟ ਹੈ ਤਾਂ ਤੁਸੀਂ ਵੀ ਇਸ ਨੂੰ eBay ਵੈਬਸਾਈਟ ਤੇ ਪਾ ਕੇ ਬੋਲੀਆਂ ਮੰਗ ਸਕਦੇ ਹੋ ਤੇ ਲੱਖਾਂ ਰੁਪਏ ਕਮਾ ਸਕਦੇ ਹੋ। ਤੇ ਹੁਣ ਇੱਕ ਨਜ਼ਰ ਬਾਲੀਵੁੱਡ ਗਪਸ਼ਪ ਦੇ ਵੱਲ। ਅਦਾਕਾਰ ਵਿੱਕੀ ਕੌਸ਼ਲ ਨੇ ਆਪਣੀ ਪਹਿਲੇ ਆਡੀਸ਼ਨ ਦੀ ਝਲਕ ਫੈਨਸ ਦੇ ਨਾਲ ਸਾਂਝੀ ਕੀਤੀ ਹੈ, ਜਿਸ 'ਚ ਅਦਾਕਾਰ ਦੇ ਸੰਘਰਸ਼ ਤੋਂ ਲੈ ਕੇ ਸਫਲਤਾ ਦੀ ਕਹਾਣੀ ਬਿਆਨ ਕੀਤੀ ਹੈ। 9 ਸਾਲ ਦੇ ਸਫ਼ਰ ਦੇ ਵਿੱਚ ਵਿੱਕੀ ਕੌਸ਼ਲ 'ਚ ਕਾਫੀ ਬਦਲਾਅ ਆਇਆ, ਉਹ ਭਾਵੇਂ ਲੁਕਸ ਨੂੰ ਲੈ ਕੇ ਹੋਵੇ ਜਾਂ ਫਿਰ ਸਟੇਟਸ ਨੂੰ ਲੈ ਕੇ। ਉਸ ਤੋਂ ਬਾਅਦ ਇਸ ਅਦਾਕਾਰ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਰਾਜੀ, ਸੰਜੂ ਅਤੇ ਉਰੇ ਦ ਸਰਜੀਕਲ ਸਟ੍ਰਾਈਕ ਵਰਗੀਆਂ ਸੁਪਰਹਿੱਟ ਫਿਲਮਾਂ ਦਿੱਤੀਆਂ ਤੇ ਨੈਸ਼ਨਲ ਅਵਾਰਡ ਵੀ ਇਹਨੇ ਘੱਟ ਸਮੇਂ 'ਚ ਹਾਸਲ ਕੀਤਾ ਹੈ। ਕੋਵਿਡ-19 ਦੀ ਦੂਜੀ ਲਹਿਰ ਵੀ ਜਾਣ ਤੋਂ ਬਾਅਦ ਲੋਕਾਂ ਦੀ ਜ਼ਿੰਦਗੀ ਮੁੜ ਪਟਰੀ ਤੇ ਆਉਣੀ ਸ਼ੁਰੂ ਹੋ ਗਈ ਹੈ, ਪਰ ਦੂਜੀ ਲਹਿਰ ਵੀ ਜਾਣ ਮਗਰੋਂ ਲੋਕਾਂ ਦੇ ਵਿੱਚ ਜ਼ਬਰਦਸਤ ਲਾਪਰਵਾਹੀ ਵੀ ਵੇਖਣ ਨੂੰ ਮਿਲ ਰਹੀ ਹੈ। ਲੋਕਾਂ 'ਚ ਵੱਧ ਰਹੀ ਲਾਪਰਵਾਹੀ ਤੇ ਕੋਵਿਡ-19 ਦੇ ਨਵੇਂ ਡੈਲਟਾ ਵੇਰੀਐਂਟ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ BMC ਨੇ ਮੁੰਬਈ ਦੇ ਪ੍ਰਿਥਵੀ ਅਪਾਰਟਮੈਂਟਸ ਨੂੰ ਪੂਰੀ ਤਰ੍ਹਾਂ ਨਾਲ ਸੀਲ ਕਰ ਦਿੱਤਾ ਹੈ। ਦੱਸ ਦਈਏ ਕਿ ਇਹ ਉਹੀ ਅਪਾਰਟਮੈਂਟ ਹੈ ਜਿੱਥੇ ਬਾਲੀਵੁੱਡ ਅਦਾਕਾਰ ਸੁਨੀਲ ਸ਼ੈਟੀ ਦਾ ਪਰਿਵਾਰ ਰਹਿੰਦਾ ਹੈ ਤੇ ਹਾਲਾਂਕਿ ਰਾਹਤ ਵਾਲੀ ਗੱਲ ਹੈ ਕਿ ਅਦਾਕਾਰ ਦਾ ਪਰਿਵਾਰ ਪੂਰੀ ਤਰ੍ਹਾਂ ਦੇ ਨਾਲ ਸੁਰੱਖਿਅਤ ਹੈ। ਮਸ਼ਹੂਰ ਅਦਾਕਾਰ ਕਾਰਤਿਕ ਆਰੀਅਨ ਦੇ ਨਾਨਾ ਦਾ ਦੇਹਾਂਤ ਹੋ ਗਿਆ ਹੈ। ਕਾਰਤਿਕ ਆਰੀਅਨ ਦੇ ਨਾਨੇ ਦੀ ਮੌਤ ਦੀ ਭਾਵੁਕ ਪੋਸਟ ਸ਼ੇਅਰ ਕੀਤੀ ਹੈ ਤੇ ਆਪਣੇ
ਨਾਨੇ ਦੀ ਆਤਮਿਕ ਸ਼ਾਂਤੀ ਦੇ ਲਈ ਅਰਦਾਸ ਕੀਤੀ। ਕਾਰਤਿਕ ਆਪਣੇ ਨਾਨਾ ਨੂੰ ਆਪਣਾ ਆਦਰਸ਼ ਮੰਨਦੇ ਨੇ ਤੇ ਉਹ ਉਹਨਾਂ ਦੀ ਤਰ੍ਹਾਂ ਹੀ ਬਣਨਾ ਚਾਹੁੰਦੇ ਨੇ। ਸੰਜੇ ਲੀਲਾ ਬੰਸਾਲੀ ਦੀ ਸੁਪਰਹਿੱਟ ਫਿਲਮ ਦੇਵਦਾਸ ਨੇ ਰਿਲੀਜ਼ ਦੇ 19 ਸਾਲ ਪੂਰੇ ਕਰ ਲਏ। ਇਸ ਫਿਲਮ ਦੇ ਹਰ ਇੱਕ ਸੀਨ ਨੂੰ ਸੰਪੂਰਨ ਬਣਾਉਣ ਦੇ ਲਈ ਸੰਜੇ ਲੀਲਾ ਬੰਸਾਲੀ ਨੇ ਸਖਤ ਮਿਹਨਤ ਦੇ ਨਾਲ ਵੱਡੀ ਰਕਮ ਵੀ ਲਗਾ ਦਿੱਤੀ ਸੀ। ਦੇਵਦਾਸ ਉਸ ਸਮੇਂ ਦੀ ਹਿੰਦੀ ਸਿਨੇਮਾ ਦੀ ਸਭ ਤੋਂ ਮਹਿੰਗੀ ਫਿਲਮ ਬਣ ਕੇ ਉੱਭਰੀ ਸੀ। ਤੇ ਹੁਣ ਰੁਕ ਕਰਦੇ ਹਾਂ ਖੇਡ ਦੇ ਮੈਦਾਨ ਵੱਲ। ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਅਤੇ 1983 ਵਰਲਡ ਕੱਪ ਟੀਮ ਦੇ ਮੈਂਬਰ ਰਹੇ ਯਸ਼ਪਾਲ ਸ਼ਰਮਾ ਦਾ ਦਿਲ ਦਾ ਦੌਰਾ ਪੈਣ ਨਾਲ 66 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ। ਪੰਜਾਬ ਦੇ 64 ਸਾਲਾ ਸਾਬਕਾ ਕ੍ਰਿਕਟਰ ਯਸ਼ਪਾਲ ਸ਼ਰਮਾ ਨੂੰ 70 ਤੇ 80 ਦੇ ਦਹਾਕੇ ਦੇ ਅੰਤ ਦੇ ਵਿੱਚ ਮੱਧਕ੍ਰਮ ਦੇ ਇੱਕ ਹੁਨਰਮੰਦ ਬੱਲੇਬਾਜ਼ ਦੇ ਤੌਰ ਤੇ ਜਾਣਿਆ ਜਾਂਦਾ ਸੀ। ਭਾਰਤੀ ਮਹਿਲਾ ਕ੍ਰਿਕਟ ਟੀਮ ਤੇ ਇੰਗਲੈਂਡ ਖਿਲਾਫ ਦੂਜੇ T20 ਕੌਮਾਂਤਰੀ ਮੈਚ ਹੌਲੀ ਓਵਰ ਰਫ਼ਤਾਰ ਲਈ ਮੈਚ ਫੀਸ ਦਾ 20% ਦੀ ਜੁਰਮਾਨਾ ਲਾਇਆ ਗਿਆ ਹੈ। ਭਾਰਤ ਦੇ ਵੱਲੋਂ 8 ਦੌੜਾਂ ਦੇ ਨਾਲ ਜਿੱਤ ਦਰਜ ਕੀਤੀ ਗਈ ਹੈ ਤੇ ICC ਮੁਕਾਬਲਾ ਭਾਰਤੀ ਟੀਮ ਨਿਰਧਾਰਤ ਸਮੇਂ ਦੇ ਅੰਦਰ ਇੱਕ ਓਵਰ ਪਿੱਛੇ ਰਹਿ ਗਈ ਸੀ। ICC ਨੇ ਖਿਡਾਰੀਆਂ ਤੇ ਸਹਿਯੋਗੀ ਸਟਾਫ ਦੇ ਜ਼ਾਬਤੇ ਦੀ ਧਾਰਾ 2.22 ਮੁਤਾਬਿਕ ਖਿਡਾਰੀਆਂ ਦੇ ਹਰ ਇੱਕ ਓਵਰ ਘੱਟ ਰਹਿਣ ਤੇ ਮੈਚ ਫੀਸ ਦਾ 20% ਦੀ ਜੁਰਮਾਨਾ ਲਾਇਆ। ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੇ ਇਸ ਸਜ਼ਾ ਨੂੰ ਸਵੀਕਾਰ ਕਰ ਲਿਆ, ਜਿਸ ਦੇ ਨਾਲ ਮਾਮਲੇ ਦੀ ਰਸਮੀ ਸੁਣਵਾਈ ਦੀ ਜ਼ਰੂਰਤ ਨਹੀਂ ਪਈ ਹੈ। UK ਭਰ ਦੇ ਵਿੱਚ ਇੰਗਲੈਂਡ ਦੀ ਫੁੱਟਬਾਲ ਟੀਮ ਦੇ ਕਾਲੇ ਮੂਲ ਦੇ ਖਿਡਾਰੀ ਖਿਲਾਫ ਕੀਤੀਆਂ ਗਈਆਂ ਨਸਲੀ ਟਿੱਪਣੀਆਂ ਨੂੰ ਟਵਿੱਟਰ ਨੇ 24 ਘੰਟਿਆਂ ਦੇ ਵਿੱਚ 1000 ਤੋਂ ਵੱਧ ਨਸਲਵਾਦੀ ਪੋਸਟਾਂ ਨੂੰ ਡਿਲੀਟ ਕੀਤਾ ਹੈ। ਇੰਗਲੈਂਡ ਫੁੱਟਬਾਲ ਟੀਮ ਦੇ ਖਿਡਾਰੀ ਮਾਰਕੋਸ ਰਾਸ਼ੋਫੋਰਡ, ਬੁਕਾਇਓ ਸਾਕਾ ਤੇ ਜੈਡਨ ਸੈਂਚੂ ਯੂਰੋ ਕੱਪ ਦੇ ਫਾਈਨਲ ਦੇ ਵਿੱਚ ਹਾਰ ਕੇ ਨਸਲੀ ਟਿੱਪਣੀਆਂ ਦਾ ਸ਼ਿਕਾਰ ਹੋਏ ਹਨ। ਬਰਤਾਨੀਆ ਦੇ ਪ੍ਰਿੰਸ ਵਿਲੀਅਮ ਅਤੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਸਣੇ ਕਈ ਹੋਰ ਸ਼ਖਸੀਅਤਾਂ ਨੇ ਇਹਨਾਂ ਨਸਲੀ ਸ਼ਾਬਦਿਕ ਟਿੱਪਣੀਆਂ ਦੀ ਨਿੰਦਾ ਕੀਤੀ ਹੈ। ਇਸ ਸਬੰਧ ਦੇ ਵਿੱਚ ਟਵਿੱਟਰ ਨੇ ਕਾਰਵਾਈ ਕਰਨ ਦੀ ਪੁਸ਼ਟੀ ਕੀਤੀ ਹੈ। ਇਸ ਦੇ ਇਲਾਵਾ ਫੇਸਬੁੱਕ ਨੇ ਵੀ ਪੁਸ਼ਟੀ ਕੀਤੀ ਹੈ ਕਿ ਇਸ ਦੁਰਵਿਹਾਰ ਦੇ ਬਾਅਦ ਕਮੈਂਟਾਂ ਦੇ ਨਾਲ ਖਾਤੇ ਵੀ ਹਟਾ ਦਿੱਤੇ ਜਾਣਗੇ ਤੇ ਇਹ ਕਾਰਵਾਈ ਜਾਰੀ ਰਹੇਗੀ। ਫਟਾਫਟ ਸੋਚ ਬਸ ਇੰਨਾ ਹੀ। ਮੈਨੂੰ ਦੀ ਇਜਾਜ਼ਤ। ਧੰਨਵਾਦ।